ਹੈਲੋ ਸਟੂਡੈਂਟਸ C++ ਦੇ ਹੁਣ ਤੱਕ ਲੈਕਚਰਸ 'ਚ ਆਪਾਂ ਦੇਖਿਆ ਕਿ ਇਨਹੈਰੀਟੈਂਸ ਕੀ ਹੁੰਦੀ ਹੈ ਤੇ ਉਹਦੀਆਂ ਟਾਈਪਸ ਕੀ ਸੀ। ਸੋ ਅੱਜ ਆਪਾਂ ਨੈਕਸਟ ਲੈਕਚਰ 'ਚ ਦੇਖਣ ਜਾ ਰਹੇ ਹਾਂ ਕਿ ਕੰਸਟਰਕਟਰ ਐਂਡ ਡਿਸਟਰਕਟਰਸ ਇਨ ਇਨਹੈਰੀਟੈਂਸ, ਕਿ ਇਨਹੈਰੀਟੈਂਸ 'ਚ ਕੰਸਟਰਕਟਰ ਤੇ ਡਿਸਟਰਕਟਰ ਕਿਵੇਂ ਵਰਕ ਕਰਦੇ ਆ। ਕਿਉਂਕਿ ਇਨਹੈਰੀਟੈਂਸ 'ਚ ਬੇਸਿਕਲੀ ਕੀ ਹੁੰਦਾ ਹੈ ਕਿ ਆਪਾਂ ਇੱਕ ਬੇਸ ਕਲਾਸ ਲੈਂਦੇ ਹਾਂ ਜਾਂ ਕਹਿ ਲਓ ਪੈਰੈਂਟ ਕਲਾਸ ਲੈਂਦੇ ਹਾਂ ਤੇ ਕੁਛ ਉਹਦੀ ਚਾਈਲਡ ਕਲਾਸ ਲੈਂਦੇ ਹਾਂ। ਤੇ ਆਪਾਂ ਮੇਨਲੀ ਆਬਜੈਕਟ ਕਿਹਦਾ ਕ੍ਰੀਏਟ ਕਰਦੇ ਹੁੰਦੇ ਹਾਂ, ਚਾਈਲਡ ਕਲਾਸ ਦਾ। ਤਾਂ ਜਦੋਂ ਆਬਜੈਕਟ ਕ੍ਰੀਏਟ ਕਰਦੇ ਹਾਂ ਉਸ ਟਾਈਮ ਤੇ ਕੰਸਟਰਕਟਰ ਤੇ ਡਿਸਟਰਕਟਰ ਦਾ ਕੀ ਬਿਹੇਵੀਅਰ ਹੋਏਗਾ। ਸੋ ਉਹ ਦੇਖਣਾ ਕਿ ਇਨਹੈਰੀਟੈਂਸ 'ਚ ਕਿਵੇਂ ਵਰਕ ਕਰਦੇ ਆ। ਤਾਂ ਸਪੋਜ਼ ਕਰੋ ਆਪਣੇ ਕੋਲ ਇੱਕ ਕਲਾਸ ਹੈ ABC, ਉਸ ਕਲਾਸ 'ਚ ਇੱਕ ਆਪਾਂ ਨੇ ਕੰਸਟਰਕਟਰ ਲਿਆ। ਕੰਸਟਰਕਟਰ ਕੀ ਹੁੰਦਾ ਕਿ ਕੰਸਟਰਕਟਰ ਵੀ ਇੱਕ ਫੰਕਸ਼ਨ ਹੁੰਦਾ ਜਿਹਦਾ ਨੇਮ ਸੇਮ ਐਜ਼ ਕਲਾਸ ਨੇਮ ਹੁੰਦਾ। ਸੋ ABC ਕਲਾਸ ਦਾ ਇੱਕ ਕੰਸਟਰਕਟਰ ਲਿਆ ਆਪਾਂ ਨੇ ABC। ਤਾਂ ਹੁਣ ਇਹ ਜਿਹੜੀ ABC ਕਲਾਸ ਹੈ ਇਹ ਬੇਸ ਕਲਾਸ ਹੈ, ਤਾਂ ਉਸ 'ਚ ਆਪਾਂ ਨੇ ਜਸਟ ਇੱਕ ਮੈਸੇਜ ਪ੍ਰਿੰਟ ਕਰਾਇਆ ਦਿਸ ਇਜ਼ ਏ ਬੇਸ ਕਲਾਸ ਕੰਸਟਰਕਟਰ। ਦੈਨ ਕਲਾਸ ਐਂਡ ਹੋ ਗਈ। ਉਸ ਤੋਂ ਬਾਅਦ ਇੱਕ ਆਪਾਂ ਨੇ ਕਲਾਸ ਹੋਰ ਲਈ XYZ, ਜਿਹੜੀ ਕਿ ਡਰਾਈਵਡ ਕਲਾਸ ਹੈ ABC ਦੀ। ਤਾਂ ਇੱਥੇ ਇਨਹੈਰੀਟੈਂਸ ਹੋ ਰਹੀ ਹੈ, ਯਾਨੀ ਕਿ XYZ ਕਲਾਸ ABC ਕਲਾਸ ਨੂੰ ਇਨਹੈਰਿਟ ਕਰ ਰਹੀ ਹੈ। ਤਾਂ ਇਨਹੈਰੀਟੈਂਸ ਹੋ ਰਹੀ ਹੈ ਇੱਥੇ ਸਿੰਗਲ ਇਨਹੈਰੀਟੈਂਸ, ਤੇ ਇਹਦੇ ਵਿੱਚ ਵੀ ਆਪਾਂ ਕੋਈ ਡਾਟਾ ਮੈਂਬਰ ਨਹੀਂ ਲਿਆ। ਇੱਥੇ ਵੀ ਆਪਾਂ ਜਸਟ ਇੱਕ ਕੰਸਟਰਕਟਰ ਲੈ ਰਹੇ ਹਾਂ। ਸੋ ਕੰਸਟਰਕਟਰ ਦਾ ਨਾਮ ਵੀ ਇੱਥੇ ਕੀ ਹੋਏਗਾ XYZ, ਕਿਉਂਕਿ ਕਲਾਸ ਦਾ ਨਾਮ ਸੀ XYZ। ਸੋ XYZ ਕੰਸਟਰਕਟਰ ਲਿਆ। ਹੁਣ ਇਹ ਡਰਾਈਵਡ ਕਲਾਸ ਹੈ ਤਾਂ ਇਹਦੇ ਵਿੱਚ ਜਸਟ ਆਪਾਂ ਨੇ ਇੱਕ ਮੈਸੇਜ ਪ੍ਰਿੰਟ ਕਰਾਇਆ ਦਿਸ ਇਜ਼ ਏ ਡਰਾਈਵਡ ਕਲਾਸ ਕੰਸਟਰਕਟਰ, ਯਾਨੀ ਕਿ ਜਦੋਂ ਇਹ ਕੰਸਟਰਕਟਰ ਕਾਲ ਹੋਏਗਾ ਤਾਂ ਇਹ ਮੈਸੇਜ ਪ੍ਰਿੰਟ ਹੋਏਗਾ। ਦੈਨ ਮੇਨ ਫੰਕਸ਼ਨ। ਹੁਣ ਮੇਨ ਫੰਕਸ਼ਨ ਦੇ ਵਿੱਚ ਆਪਾਂ ਜਸਟ ਕੀ ਕਰ ਰਹੇ ਹਾਂ, ਡਰਾਈਵਡ ਕਲਾਸ ਦਾ ਇੱਕ ਆਬਜੈਕਟ ਕ੍ਰੀਏਟ ਕਰ ਰਹੇ ਹਾਂ X। ਤਾਂ ਹੁਣ ਇੱਥੇ ਕੀ ਹੈ, ਆਪਣੇ ਕੋਲ ਇੱਕ ABC ਕਲਾਸ ਹੈ ਤੇ ਇੱਕ ਉਹਦੀ ਡਰਾਈਵਡ ਕਲਾਸ ਹੈ XYZ। ਤਾਂ XYZ ਦਾ ਹੁਣ ਆਪਾਂ ਨੇ ਇੱਕ ਆਬਜੈਕਟ ਕ੍ਰੀਏਟ ਕੀਤਾ X। ਤਾਂ ਇੱਥੇ ਕੀ ਹੋਏਗਾ, ਹੁਣ ਆਪਾਂ ਨੂੰ ਪਤਾ ਹੈ ਕਿ ਕੰਸਟਰਕਟਰ ਕਦੋਂ ਕਾਲ ਹੁੰਦਾ, ਜਦੋਂ ਆਪਾਂ ਆਬਜੈਕਟ ਕ੍ਰੀਏਟ ਕਰਦੇ ਹਾਂ। ਤਾਂ X ਇੱਥੇ ਕਿਹੜਾ ਕੰਸਟਰਕਟਰ ਕਾਲ ਹੋਏਗਾ, XYZ। ਦੈਨ ਇਨਹੈਰੀਟੈਂਸ ਦੇ ਵਿੱਚ ਇੱਕ ਸਪੈਸ਼ਲ ਹੈ ਪ੍ਰੋਪਰਟੀ ਕਿ ਜਦੋਂ ਵੀ ਤੁਸੀਂ ਡਰਾਈਵਡ ਕਲਾਸ ਦਾ ਇੱਕ ਕੰਸਟਰਕਟਰ ਕਾਲ ਕਰਦੇ ਹੋ ਤਾਂ ਉਹ ਅੱਗੇ ਫਰਦਰ ਆਪਣੀ ਬੋਡੀ ਨੂੰ ਐਗਜ਼ੀਕਿਊਟ ਕਰਨ ਤੋਂ ਪਹਿਲਾਂ ਆਪਣੇ ਪੇਰੈਂਟ ਕਲਾਸ ਦੇ ਕੰਸਟਰਕਟਰ ਨੂੰ ਕਾਲ ਕਰਦਾ। ਯਾਨੀ ਕਿ XYZ ਪਹਿਲਾਂ ਕੀ ਹੋਇਆ, X ਤੋਂ ਆਪਾਂ ਨੇ XYZ ਨੂੰ ਕਾਲ ਕੀਤਾ, ਆਟੋਮੈਟਿਕਲੀ ਕਾਲ ਹੋ ਰਿਹਾ ਇਹ ਕਿਉਂਕਿ ਕੰਸਟਰਕਟਰ ਆਟੋਮੈਟਿਕਲੀ ਕਾਲ ਹੁੰਦਾ ਹੈ। XYZ ਕਾਲ ਹੋਇਆ, XYZ ਇਹਨੂੰ ਬਾਅਦ ਚ ਐਗਜ਼ੀਕਿਊਟ ਕਰੇਗਾ ਬਟ ਪਹਿਲਾਂ ਆਪਣੇ ਪੈਰੈਂਟ ਕਲਾਸ ਦੇ ਕੰਸਟਰਕਟਰ ਨੂੰ ਕਾਲ ਕਰੇਗਾ। ਸੋ ਇੱਥੇ ABC ਕਾਲ ਹੋਊਗਾ। ਸੋ ABC ਕੀ ਹੈ, ਇੱਥੇ ਕੀ ਪ੍ਰਿੰਟ ਹੋ ਰਿਹਾ, ਦਿਸ ਇਜ਼ ਏ ਬੇਸ ਕਲਾਸ ਕੰਸਟਰਕਟਰ। ਸੋ ਇਹ ਪ੍ਰਿੰਟ ਹੋਏਗਾ ਦਿਸ ਇਜ਼ ਏ ਬੇਸ ਕਲਾਸ ਕੰਸਟਰਕਟਰ। ਦੈਨ ਇਸ ਤੋਂ ਬਾਅਦ ਵਾਪਿਸ ਆਏਗਾ XYZ ਤੇ ਇਹ ਮੈਸੇਜ ਪ੍ਰਿੰਟ ਹੋਏਗਾ ਦਿਸ ਇਜ਼ ਏ ਡਰਾਈਵਡ ਕਲਾਸ ਕੰਸਟਰਕਟਰ। ਸੋ ਇਸ ਤਰੀਕੇ ਨਾਲ ਕੰਸਟਰਕਟਰ ਹੈ ਜੋ ਇਨਹੈਰੀਟੈਂਸ 'ਚ ਕੰਸਟਰਕਟਰ ਇਸ ਤਰੀਕੇ ਨਾਲ ਵਰਕ ਕਰਦੇ ਨੇ ਕਿ ਜਦੋਂ ਵੀ ਤੁਸੀਂ ਡਰਾਈਵਡ ਕਲਾਸ ਦਾ ਇੱਕ ਆਬਜੈਕਟ ਕ੍ਰੀਏਟ ਕਰਦੇ ਹੋ ਤਾਂ ਉਹਦਾ ਕੰਸਟਰਕਟਰ ਕੀ ਆ, ਅੱਗੇ ਪਹਿਲਾਂ ਆਪਣੇ ਪੇਰੈਂਟ ਕਲਾਸ ਦੇ ਕੰਸਟਰਕਟਰ ਨੂੰ ਕਾਲ ਕਰੇਗਾ। ਦੈਨ ਉਸ ਤੋਂ ਬਾਅਦ ਅਗਰ ਉਹਦੀ ਵੀ ਅੱਗੇ ਕੋਈ ਫਰਦਰ ਪੇਰੈਂਟ ਕਲਾਸ ਹੈ ਤਾਂ ਉਹਨੂੰ ਕਾਲ ਕਰੇਗਾ। ਸਪੋਜ਼ ਜਿਵੇਂ ਕਿ ਮਲਟੀ ਲੈਵਲ ਦੇ ਵਿੱਚ ਹੁੰਦਾ ਹੈ, ਮਲਟੀ ਲੈਵਲ 'ਚ ਕੀ ਹੈ, ਆਪਣੇ ਕੋਲ 3 ਲੈਵਲ ਜਾਂ ਮਲਟੀਪਲ ਲੈਵਲ ਦੀਆਂ ਕਲਾਸਿਸ ਹੁੰਦੀਆਂ ਨੇ। ਤਾਂ ਉੱਥੇ ਕੀ ਅਗਰ ਤੁਸੀਂ ਇਸ ਕਲਾਸ ਦਾ ਆਬਜੈਕਟ ਕ੍ਰੀਏਟ ਕਰੋਗੇ, ਪਹਿਲਾਂ ਹੀ ਆਪਣੇ ਪੈਰੈਂਟ ਕਲਾਸ ਦੇ ਆਬਜੈਕਟ ਕੰਸਟਰਕਟਰ ਨੂੰ ਕਾਲ ਕਰੇਗਾ, ਉਹ ਅੱਗੇ ਫਰਦਰ ਇਹਨੂੰ ਕਾਲ ਕਰੇਗਾ। ਯਾਨੀ ਕਿ ਐਗਜ਼ੀਕਿਊਸ਼ਨ ਦਾ ਆਰਡਰ ਕੀ ਹੋਏਗਾ, ਸਭ ਤੋਂ ਪਹਿਲਾਂ ਉਹਦੀ ਪੇਰੈਂਟ ਕਲਾਸ ਦਾ ਕੰਸਟਰਕਟਰ ਕਾਲ ਐਗਜ਼ੀਕਿਊਟ ਹੋਊਗਾ, ਦੈਨ ਉਸ ਤੋਂ ਡਰਾਈਵਡ ਕਲਾਸ ਦਾ ਐਗਜ਼ੀਕਿਊਸ਼ਨ ਹੋਏਗੀ, ਦੈਨ ਉਸ ਤੋਂ ਬਾਅਦ ਨੈਕਸਟ ਜੋ ਫਾਈਨਲ ਡਰਾਈਵਡ ਕਲਾਸ ਹੈ ਉਹਦਾ ਕੰਸਟਰਕਟਰ ਦੀ ਐਗਜ਼ੀਕਿਊਸ਼ਨ ਹੋਏਗੀ। ਸੋ ਇਸ ਤਰੀਕੇ ਨਾਲ ਕੰਸਟਰਕਟਰ ਦੀ ਐਗਜ਼ੀਕਿਊਸ਼ਨ ਦਾ ਆਰਡਰ ਕੀ ਹੋਏਗਾ, ਟੌਪ ਟੂ ਡਾਊਨ। ਯਾਨੀ ਕਿ ਪਹਿਲਾਂ ਬੇਸ ਕਲਾਸ ਦਾ ਕੰਸਟਰਕਟਰ ਕਾਲ ਹੋਏਗਾ, ਐਗਜ਼ੀਕਿਊਟ ਹੋਏਗਾ, ਦੈਨ ਡਰਾਈਵਡ ਕਲਾਸ ਦਾ ਕੰਸਟਰਕਟਰ ਐਗਜ਼ੀਕਿਊਟ ਹੋਏਗਾ। ਇਸ ਕਰਕੇ ਇੱਥੇ ਜੋ ਆਉਟਪੁੱਟ ਹੈ ਉਹ ਪਹਿਲਾਂ ਬੇਸ ਕਲਾਸ ਕੰਸਟਰਕਟਰ ਦੈਨ ਡਰਾਈਵਡ ਕਲਾਸ ਕੰਸਟਰਕਟਰ। ਇਹ ਸੀ ਡਿਫਾਲਟ ਕੰਸਟਰਕਟਰ, ਜਿੱਥੇ ਆਪਾਂ ਕੋਈ ਵੀ ਵੈਲਿਊਜ਼ ਪਾਸ ਨਹੀਂ ਕਰ ਰਹੇ ਤਾਂ ਉਸ ਕੇਸ 'ਚ ਤਾਂ ਇਹ ਕੰਸਟਰਕਟਰ ਇਸ ਤਰੀਕੇ ਨਾਲ ਕਾਲ ਹੋਣਗੇ। ਨੈਕਸਟ ਹੈ ਕਿ ਅਗਰ ਆਪਾਂ ਕੋਈ ਵੈਲਿਊਜ਼ ਵੀ ਪਾਸ ਕਰਵਾਉਣੀ ਹੈ, ਜਿੱਦਾਂ ਪੈਰਾਮੀਟਰਾਈਜ਼ ਕੰਸਟਰਕਟਰ ਲੈਂਦੇ ਹਾਂ, ਤਾਂ ਉੱਥੇ ਥੋੜਾ ਜਿਹਾ ਡਿਫਰੈਂਸ ਹੋਏਗਾ ਕਿ ਕੰਸਟਰਕਟਰ ਨੂੰ ਤੁਸੀਂ ਕਿਵੇਂ ਕਾਲ ਕਰਨਾ ਹੈ। ਉੱਥੇ ਆਪਾਂ ਨੂੰ ਕੁਝ ਸਿੰਟੈਕਸ ਯੂਜ਼ ਕਰਨਾ ਪਏਗਾ। ਤਾਂ ਦੇਖੋ ਉਹਦੇ ਲਈ ਆਪਾਂ ਇੱਕ ਪ੍ਰੋਗਰਾਮ ਕ੍ਰੀਏਟ ਕਰਦੇ ਹਾਂ। ਕਲਾਸ ਲਈ ਆਪਾਂ ਨੇ ABC, ਉਹਦੇ ਵਿੱਚ ਇੱਕ ਡਾਟਾ ਮੈਂਬਰ ਲਿਆ A। ਸੋ ABC ਕਲਾਸ 'ਚ ਇੱਕ A ਡਾਟਾ ਮੈਂਬਰ ਲਿਆ ਤੇ ਨਾਲ ਹੀ ਉਹਦਾ ਕੰਸਟਰਕਟਰ ਲਿਆ ਜਿਸ 'ਚ ਆਪਾਂ X ਵੈਲਿਊ ਪਾਸ ਕਰ ਰਹੇ ਹਾਂ ਤੇ ਉਹ X ਵੈਲਿਊ ਅਸਾਈਨ ਕਰ ਰਹੇ ਹਾਂ A ਨੂੰ, ਤੇ ਉਹਦੇ 'ਚ ਮੈਸੇਜ ਪ੍ਰਿੰਟ ਕਰਵਾਇਆ ਦਿਸ ਇਜ਼ ਬੇਸ ਕਲਾਸ ਕੰਸਟਰਕਟਰ। ਸੋ ABC ਕਲਾਸ ਦੇ ਵਿੱਚ ਦੋ ਚੀਜ਼ਾਂ ਹੋ ਗਈਆਂ, ਇੱਕ ਤਾਂ A ਡਾਟਾ ਮੈਂਬਰ ਹੋ ਗਿਆ ਤੇ ਇੱਕ ABC ਕੰਸਟਰਕਟਰ ਹੋ ਗਿਆ।
ਦੈਨ XYZ ਕਲਾਸ ਲਈ ਇੱਕ ਡਰਾਈਵਡ ਕਲਾਸ ਲਈ ਉਹਦੇ ਵਿੱਚ ABC ਨੂੰ ਇਨਹੈਰਿਟ ਕੀਤਾ। ਸੋ XYZ ਕਲਾਸ ਦੇ ਵਿੱਚ ਹੁਣ ਜਦੋਂ ABC ਨੂੰ ਇਨਹੈਰਿਟ ਕੀਤਾ ਤਾਂ ਉੱਪਰੋਂ ਦੀ A ਵੀ ਆ ਗਿਆ ਉਰੇ ਤੇ ਇੱਕ ਕੰਸਟਰਕਟਰ ਹੈ ABC। ਦੈਨ ਇਹਦੇ ਵਿੱਚ ਇੱਕ ਹੋਰ ਵੇਰੀਏਬਲ ਲਿਆ ਆਪਾਂ ਨੇ B। ਤਾਂ ਹੁਣ ਦੇਖੋ XYZ ਕਲਾਸ ਦੇ ਵਿੱਚ ਕੀ ਹੈ A ਐਂਡ B ਤੇ ਕੰਸਟਰਕਟਰ ਹੈ XYZ। ਤਾਂ ਹੁਣ XYZ ਦੇ ਵਿੱਚ ਆਪਾਂ ਨੇ ਕੰਸਟਰਕਟਰ ਦੇ ਵਿੱਚ ਦੋ ਵੈਲਿਊਜ਼ ਪਾਸ ਕੀਤੀਆਂ X ਐਂਡ Y। ਤਾਂ ਇਹਨੂੰ ਦੇਖੋ ਜਦੋਂ ਤੁਸੀਂ ਮੇਨ ਕਲਾਸ ਦੇ ਵਿੱਚ XYZ ਦਾ ਆਬਜੈਕਟ ਕ੍ਰੀਏਟ ਕਰੋਗੇ, XYZ ਦਾ ਆਪਾਂ ਨੇ OBJ ਨਾਮ ਦਾ ਇੱਕ ਆਬਜੈਕਟ ਕ੍ਰੀਏਟ ਕੀਤਾ ਤਾਂ ਆਬਜੈਕਟ ਕ੍ਰੀਏਟ ਕਰਨ ਲੱਗੇ ਉੱਥੇ ਦੋ ਵੇਰੀਏਬਲਸ ਕ੍ਰੀਏਟ ਹੋਣਗੇ A ਐਂਡ B ਤੇ ਉਹਦੇ ਵਿੱਚ ਸਪੋਜ਼ ਕਰੋ ਆਪਾਂ ਵੈਲਿਊਜ਼ ਅਸਾਈਨ ਕਰਵਾਉਣੀਆਂ 5 ਐਂਡ 10। ਤਾਂ 5 ਐਂਡ 10 ਵੈਲਿਊਜ਼ ਇਹ ਕਿੱਥੇ ਜਾਣਗੀਆਂ ਇਹਦੇ ਕੰਸਟਰਕਟਰ ਕੋਲ, ਕਿਉਂਕਿ ਆਪਾਂ ਨੂੰ ਪਤਾ ਹੈ ਜਦੋਂ ਵੀ ਆਬਜੈਕਟ ਕ੍ਰੀਏਟ ਕਰਦੇ ਆ ਉਸ ਟਾਈਮ ਤੇ ਕੰਸਟਰਕਟਰ ਕੋਲ ਹੁੰਦਾ। ਤਾਂ ਕੰਸਟਰਕਟਰ ਦੇ ਵਿੱਚ ਜੋ X ਐਂਡ Y ਵੇਰੀਏਬਲ ਨੇ ਉੱਥੇ ਵੈਲਿਊਜ਼ ਜਾਣਗੀਆਂ 5 ਐਂਡ 10। ਤਾਂ ਹੁਣ ਆਪਾਂ ਨੂੰ ਪਤਾ ਹੈ ਇਨਹੈਰੀਟੈਂਸ ਦੇ ਵਿੱਚ ਜੋ ਕੰਸਟਰਕਟਰ ਹੁੰਦੇ ਨੇ ਉਹਦਾ ਆਰਡਰ ਕੀ ਹੁੰਦਾ ਹੈ ਕਿ ਜੋ ਡਰਾਈਵਡ ਕਲਾਸ ਦਾ ਕੰਸਟਰਕਟਰ ਹੈ ਉਹ ਆਪਣੀ ਬੋਡੀ ਨੂੰ ਐਗਜ਼ੀਕਿਊਟ ਕਰਨ ਤੋਂ ਪਹਿਲਾਂ ਆਪਣੇ ਫਰਦਰ ਜੋ ਪੈਰੈਂਟ ਕਲਾਸ ਦਾ ਕੰਸਟਰਕਟਰ ਹੈ ਉਹਨੂੰ ਕਾਲ ਕਰਦਾ ਹੈ। ਤਾਂ ਹੁਣ ਇੱਥੇ ਜੋ ਕਾਲ ਕਰਨ ਲੱਗੇ ਉਹਨੂੰ ਇੱਕ ਵੈਲਿਊ ਵੀ ਚਾਹੀਦੀ ਹੈ X, ਉਹ ਆਪਾਂ ਕਿਵੇਂ ਪਾਸ ਕਰਾਂਗੇ? ਉਹਦੇ ਲਈ ਆਪਾਂ ਇਹ ਸਿੰਟੈਕਸ ਯੂਜ਼ ਕਰਾਂਗੇ, ਕੋਲਨ ਲਗਾ ਕੇ ਕੰਸਟਰਕਟਰ ਦਾ ਨਾਮ ਦੈਟ ਇਜ਼ ABC ਤੇ ਜੋ ਵੀ ਵੈਲਿਊ ਆਪਾਂ ਨੇ ਪਾਸ ਕਰਵਾਉਣੀ ਹੈ, X ਵੈਲਿਊ ਪਾਸ ਕਰਵਾਉਣੀ ਹੈ ਤਾਂ ਇੱਥੇ X ਲਿਖਾਂਗੇ, Y ਵੈਲਿਊ ਪਾਸ ਕਰਵਾਉਣੀ ਹੈ ਤਾਂ Y ਲਿਖਾਂਗੇ। ਅਗਰ ਤੁਸੀਂ ਵੈਸੇ ਕੋਈ ਕਨਸਟੈਂਟ ਵੈਲਿਊ ਪਾਸ ਕਰਵਾਉਣੀ ਹੈ 5 10 20 100 50 ਤਾਂ ਉਹ ਵੈਲਿਊਜ਼ ਵੀ ਆਪਾਂ ਡਾਇਰੈਕਟ ਨੋਟ ਕਰ ਸਕਦੇ ਹਾਂ। ਸੇਮ ਐਜ਼ ਕੋਈ ਵੀ ਆਪਾਂ ਜਿਵੇਂ ਆਰਗੂਮੈਂਟ ਪਾਸ ਕਰਦੇ ਹਾਂ ਤਾਂ ਉਸ ਤਰੀਕੇ ਨਾਲ ਇੱਥੇ ਆਪਾਂ ABC ਕੰਸਟਰਕਟਰ ਨੂੰ ਕਾਲ ਕਰ ਰਹੇ ਹਾਂ ਤੇ ਉਹਦੇ 'ਚ ਆਰਗੂਮੈਂਟ ਪਾਸ ਕਰ ਰਹੇ ਹਾਂ X। ਤਾਂ ਹੁਣ ਇੱਥੇ ਕੀ ਹੋ ਰਿਹਾ ਹੈ, ਜਦੋਂ XYZ ਦਾ ਆਬਜੈਕਟ ਕ੍ਰੀਏਟ ਕੀਤਾ A ਤੇ B ਇੱਥੇ ਵੇਰੀਏਬਲ ਕ੍ਰੀਏਟ ਹੋ ਗਏ, 5 ਐਂਡ 10 ਵੈਲਿਊਜ਼ ਕਿੱਥੇ ਚਲੀਆਂ ਗਈਆਂ X ਐਂਡ Y 'ਚ ਤੇ ਉੱਥੋਂ ਦੀ ਫਰਦਰ ਆਪਾਂ ABC ਕੰਸਟਰਕਟਰ ਨੂੰ ਕਾਲ ਕਰ ਰਹੇ ਹਾਂ ਤੇ ਉੱਥੇ ਵੈਲਿਊ ਪਾਸ ਕਰ ਰਹੇ ਹਾਂ X ਤੇ X ਦੇ ਵਿੱਚ ਵੈਲਿਊ ਆ ਗਈ 5 ਤੇ ਉੱਥੋਂ ਦੀ ਉਹ 5 ਵੈਲਿਊ ਕਿੱਥੇ ਜਾ ਰਹੀ ਹੈ A ਦੇ ਵਿੱਚ। ਤਾਂ A 'ਚ ਵੈਲਿਊ ਕਿੰਨੀ ਆ ਗਈ 5 ਤੇ ਨਾਲ ਹੀ ਪ੍ਰਿੰਟ ਹੋ ਰਿਹਾ ਹੈ ਦਿਸ ਇਜ਼ ਬੇਸ ਕਲਾਸ ਕੰਸਟਰਕਟਰ। ਇਸ ਤੋਂ ਬਾਅਦ ਜਦੋਂ ਇਹ ਐਗਜ਼ੀਕਿਊਟ ਹੋ ਜਾਏਗਾ ਉਸ ਤੋਂ ਬਾਅਦ XYZ ਵਾਲਾ ਕੰਸਟਰਕਟਰ ਐਗਜ਼ੀਕਿਊਟ ਹੋਏਗਾ। ਇੱਥੇ ਕੀ ਪ੍ਰਿੰਟ ਹੋ ਰਿਹਾ ਹੈ ਦਿਸ ਇਜ਼ ਡਰਾਈਵਡ ਕਲਾਸ ਕੰਸਟਰਕਟਰ ਐਂਡ ਦੈਨ B ਦੀ ਵੈਲਿਊ ਅਸਾਈਨ ਕਰ ਰਹੇ ਹਾਂ ਆਪਾਂ Y ਦੀ ਵੈਲਿਊ। ਸੋ B ਦੇ ਵਿੱਚ ਕਿੰਨੀ ਵੈਲਿਊ ਆ ਜਾਏਗੀ 10। ਇਸ ਤਰੀਕੇ ਨਾਲ A ਦੀ ਵੈਲਿਊ 5 ਹੋ ਗਈ ਐਂਡ B ਦੀ ਵੈਲਿਊ 10 ਹੋ ਗਈ। ਸੋ ਇੱਥੇ ਇਹ ਚੀਜ਼ ਐਕਸਟਰਾ ਆਪਾਂ ਐਡ ਕਰ ਰਹੇ ਹਾਂ ਕਿ ਜਦੋਂ ਵੀ ਤੁਸੀਂ ਆਪਣੇ ਬੇਸ ਕਲਾਸ ਦੇ ਕੰਸਟਰਕਟਰ 'ਚ ਕੋਈ ਵੈਲਿਊ ਪਾਸ ਕਰਨੀ ਹੈ ਤਾਂ ਉੱਥੇ ਤੁਹਾਨੂੰ ਇਹ ਐਡੀਸ਼ਨਲ ਸਿੰਟੈਕਸ ਨੋਟ ਕਰਨਾ ਪਏਗਾ ਕਿ ਉਹਨੂੰ ਆਪਾਂ ਨੂੰ ਕਾਲ ਕਰਵਾਉਣਾ ਪਏਗਾ। ਡਿਫਾਲਟ ਕੰਸਟਰਕਟਰ ਦੇ ਵਿੱਚ ਇਹ ਕੰਮ ਕੰਪਾਈਲਰ ਆਟੋਮੈਟਿਕਲੀ ਕਰਦਾ ਹੈ। ਸੋ ਡਿਫਾਲਟ ਕੰਸਟਰਕਟਰ 'ਚ ਕੰਪਾਈਲਰ ਆਟੋਮੈਟਿਕਲੀ ਬੇਸ ਕਲਾਸ ਦੇ ਕੰਸਟਰਕਟਰ ਨੂੰ ਕਾਲ ਕਰ ਲੈਂਦਾ ਹੈ, ਬਟ ਡਰਾਈਵਡ ਕਲਾਸ ਦੇ ਵਿੱਚ ਆਪਾਂ ਨੂੰ ਇਹ ਸਿੰਟੈਕਸ ਯੂਜ਼ ਕਰਨਾ ਪਏਗਾ ABC ਨੂੰ ਕਾਲ ਕਰਨ ਲਈ ਤੇ ਉੱਥੇ ਵੈਲਿਊ ਪਾਸ ਕਰਨ ਲਈ। ਦੈਨ ਉਸ ਤੋਂ ਬਾਅਦ ਕੀ ਹੈ object.display। ਤਾਂ ਡਿਸਪਲੇ ਫੰਕਸ਼ਨ 'ਚ ਕੀ ਹੈ A ਐਂਡ B ਦੀਆਂ ਵੈਲਿਊਜ਼ ਪ੍ਰਿੰਟ ਹੋ ਜਾਣਗੀਆਂ, A is equal to 5 and B is equal to 10। ਸੋ ਇਹ ਸੀ ਕਿ ਕੰਸਟਰਕਟਰ ਇਨਹੈਰੀਟੈਂਸ 'ਚ ਕਿਵੇਂ ਕੰਮ ਕਰਦੇ ਆ। ਨੈਕਸਟ ਆਪਾਂ ਦੇਖਦੇ ਹਾਂ ਕਿ ਡਿਸਟਰਕਟਰ ਕਿਵੇਂ ਕੰਮ ਕਰਨਗੇ। ਡਿਸਟਰਕਟਰ ਆਪਣੇ ਕੋਲ ਇੱਕੋ ਹੀ ਤਰ੍ਹਾਂ ਦਾ ਹੁੰਦਾ ਹੈ ਕਿ ਉਹਦੇ ਵਿੱਚ ਕੋਈ ਵੀ ਪੈਰਾਮੀਟਰਸ ਨਹੀਂ ਹੁੰਦੇ। ਸੋ ਦੇਖੋ ਡਿਸਟਰਕਟਰ ਕਿਵੇਂ ਕੰਮ ਕਰਨਗੇ। ਇੱਥੇ ਆਪਾਂ ਇੱਕ ਕਲਾਸ ਲਈ ਹੈ ABC ਤੇ ਉਸ ABC ਕਲਾਸ 'ਚ ਇੱਕ ਕੰਸਟਰਕਟਰ ਲਿਆ ABC ਤੇ ਉੱਥੇ ਪ੍ਰਿੰਟ ਕਰਵਾ ਰਹੇ ਹਾਂ ਮੈਸੇਜ ਦਿਸ ਇਜ਼ ਬੇਸ ਕਲਾਸ ਕੰਸਟਰਕਟਰ। ਦੈਨ ਇੱਕ ਡਿਸਟਰਕਟਰ ਲਿਆ, ਡਿਸਟਰਕਟਰ ਆਪਾਂ ਨੂੰ ਪਤਾ ਕਿਵੇਂ ਡਿਫਾਈਨ ਹੁੰਦਾ ਹੈ ਟਿਲਡ ਸਿੰਬਲ ਐਂਡ ਦੈਨ ਜੋ ਨੇਮ ਹੈ ਕਲਾਸ ਦਾ ਸੇਮ ਐਜ਼ ਡਿਸਟਰਕਟਰ ਨੇ। ਸੋ ਸੀ ਆਊਟ ਇੱਥੇ ਕੀ ਪ੍ਰਿੰਟ ਕਰਾ ਰਹੇ ਹਾਂ ਦਿਸ ਇਜ਼ ਬੇਸ ਕਲਾਸ ਡਿਸਟਰਕਟਰ। ਸੋ ਸਿੰਪਲ ਆਪਾਂ ਮੈਸੇਜ ਪ੍ਰਿੰਟ ਕਰਵਾ ਰਹੇ ਹਾਂ ਕਿ ਕੰਸਟਰਕਟਰ ਜਦੋਂ ਕਾਲ ਹੋਏਗਾ ਉੱਥੇ ਕੰਸਟਰਕਟਰ ਪ੍ਰਿੰਟ ਹੋ ਜਾਏਗਾ, ਡਿਸਟਰਕਟਰ ਜਦੋਂ ਕਾਲ ਹੋਏਗਾ ਉੱਥੇ ਡਿਸਟਰਕਟਰ ਪ੍ਰਿੰਟ ਹੋ ਜਾਏਗਾ। ਦੈਨ XYZ ਇੱਕ ਡਰਾਈਵਡ ਕਲਾਸ ਲਈ ਤੇ ਉਹਦੇ 'ਚ ਆਪਾਂ ABC ਨੂੰ ਇਨਹੈਰਿਟ ਕਰ ਲਿਆ। ਦੈਨ XYZ ਦਾ ਇੱਕ ਕੰਸਟਰਕਟਰ ਲਿਆ, ਕੰਸਟਰਕਟਰ ਦੇ ਵਿੱਚ ਆਪਾਂ ਪ੍ਰਿੰਟ ਕਰਵਾ ਰਹੇ ਹਾਂ ਦਿਸ ਇਜ਼ ਡਰਾਈਵਡ ਕਲਾਸ ਕੰਸਟਰਕਟਰ ਤੇ XYZ ਦਾ ਇੱਕ ਡਿਸਟਰਕਟਰ ਲਿਆ ਆਪਾਂ ਨੇ, ਉੱਥੇ ਕੀ ਪ੍ਰਿੰਟ ਕਰਾ ਰਹੇ ਹਾਂ ਦਿਸ ਇਜ਼ ਡਰਾਈਵਡ ਕਲਾਸ ਡਿਸਟਰਕਟਰ। ਦੈਨ ਹੁਣ ਦੇਖੋ ਮੇਨ ਕਲਾਸ ਦੇ ਵਿੱਚ ਕੀ ਆਪਾਂ XYZ ਦਾ X ਆਬਜੈਕਟ ਕ੍ਰੀਏਟ ਕਰ ਰਹੇ ਹਾਂ ਤੇ X ਦੇ ਵਿੱਚ ਕੋਈ ਵੇਰੀਏਬਲ ਤਾਂ ਲਿਆ ਨਹੀਂ ਆਪਾਂ ਨੇ। ਸੋ ਇੱਥੇ ਕੀ ਹੈ X ਦਾ ਜਸਟ ਕੰਸਟਰਕਟਰ ਕਾਲ ਹੋਏਗਾ। XYZ ਦਾ ਜਦੋਂ ਕੰਸਟਰਕਟਰ ਕਾਲ ਹੋਇਆ ਤਾਂ ਉਹਨੇ ਆਪਣੇ ਪੈਰੈਂਟ ਕਲਾਸ ਦੇ ਕੰਸਟਰਕਟਰ ਨੂੰ ਕਾਲ ਕੀਤਾ ABC ਨੂੰ ਤੇ ਉੱਥੇ ਕੀ ਪ੍ਰਿੰਟ ਹੋ ਰਿਹਾ ਦਿਸ ਇਜ਼ ਬੇਸ ਕਲਾਸ
बेस क्लास कंस्ट्रक्टर। दैन उस तो बाद वापस आ जाएगा तो XYZ का कंस्ट्रक्टर कॉल होएगा तो उत्थे आपां प्रिंट करा रहे हैं दिस इज ड्राइव्ड क्लास कंस्ट्रक्टर। सो कंस्ट्रक्टर का तो आपां नूं ऑर्डर पता है कि हुंदा है कि सब तो पहला बेस क्लास का कंस्ट्रक्टर एग्जीक्यूट होंदा है, दैन ड्राइव्ड क्लास का कंस्ट्रक्टर एग्जीक्यूट होंदा है। तो डिस्ट्रक्टर कदों कॉल होंदा है? डिस्ट्रक्टर आपां नूं पता है कि जदों ऑब्जेक्ट डिस्ट्रॉय होंदा है तो इस प्रोग्राम दे विच जिहड़ा एक्स ऑब्जेक्ट है वो कित्थे डिस्ट्रॉय होगा? इस पॉइंट ते। सो जदों आपां प्रोग्राम तो बाहर आवांगे उस टाइम ते डिस्ट्रक्टर कॉल होएगा इस पोजीशन दे उत्ते। सो डिस्ट्रक्टर वेले की है हुण किहड़ा ऑब्जेक्ट डिस्ट्रॉय कर रहे हैं आपां? एक्स ऑब्जेक्ट। सो पहला एक्स ऑब्जेक्ट का डिस्ट्रक्टर कॉल होएगा। हुण इत्थों दी डिस्ट्रक्टर दे केस च की है? रिवर्स ऑर्डर हुंदा है। रिवर्स ऑर्डर किहदा? कंस्ट्रक्टर का। सो कंस्ट्रक्टर दे केस च की सी पहला बेस क्लास चलिया दैन ड्राइव्ड क्लास, बट डिस्ट्रक्टर दे केस च इहदा उल्ट होएगा, पहला ड्राइव्ड क्लास का डिस्ट्रक्टर चलेगा दैन उहदे लास्ट दे विच बेस क्लास दे डिस्ट्रक्टर नूं कॉल करांगे। सो इत्थे की है पहला ड्राइव्ड क्लास का डिस्ट्रक्टर कॉल होएगा। सो दिस इज की प्रिंट होएगा इत्थे दिस इज ड्राइव्ड क्लास डिस्ट्रक्टर। दैन यदि एग्जीक्यूशन तो बाद यह अपने पेरेंट क्लास के डिस्ट्रक्टर नूं कॉल करेगा दैट इज दिस। सो इत्थे की प्रिंट होगा दिस इज बेस क्लास डिस्ट्रक्टर। सो इस केस च की है कि पहला बेस क्लास का कंस्ट्रक्टर कॉल होया दैन ड्राइव्ड क्लास का कंस्ट्रक्टर कॉल होया, उस तो बाद डिस्ट्रक्टर के केस च की है रिवर्स होएगा, पहला ड्राइव्ड क्लास का डिस्ट्रक्टर दैन बेस क्लास का डिस्ट्रक्टर। सो ये हमेशा ध्यान रखना है कि कंस्ट्रक्टर हमेशा टॉप टू डाउन कॉल होंदे ने, यानी कि पहला बेस क्लास दैन ड्राइव्ड क्लास एंड फरदर जिहड़ियां भी उहदियां ड्राइव्ड क्लासेस ने। ते डिस्ट्रक्टर के केस च उहदा रिवर्स होएगा कि पहला सब तो ड्राइव्ड क्लास जिहदा आपां ऑब्जेक्ट क्रिएट कीता है उहदा डिस्ट्रक्टर कॉल होएगा, दैन उहदी पेरेंट क्लास, दैन उहदी अगे फरदर अगर कोई पेरेंट क्लास है तो उहदा डिस्ट्रक्टर कॉल होएगा। सो आई होप कि तुहानूं ये लैक्चर चंगी तरह समझ आ गया होएगा कंस्ट्रक्टर एंड डिस्ट्रक्टर्स इन इनहेरिटेंस। थैंक यू।